ਖੂਨੀ ਕੋਠੀ ਭਾਗ 8ਵਾਂ। ਫਿਰ ਤੁਹਾਨੂੰ ਇਹ ਕਿਵੇਂ ਪਤਾ ਕਿ ਉਹਦੀ ਬਹਿਸ ਹੋਈ ਸੀ ਕਰਮੇ ਚਾਚੇ ਨਾਲ? ਹਾਂ, ਮੈਨੂੰ ਨਹੀਂ ਪਤਾ, ਮੈਂ ਤਾਂ ਸੁਣਿਆ ਸੀ। ਕਿਸ ਤੋਂ ਸੁਣਿਆ ਸੀ ਅੰਮੀ? ਮੈਂ ਦਿਆਲੇ ਤੋਂ। ਅੰਮੀ, ਤੁਸੀਂ ਮੈਨੂੰ ਖੁੱਲ੍ਹ ਕੇ ਸਾਰੀ ਗੱਲ ਕਿਉਂ ਨਹੀਂ ਦੱਸ ਦਿੰਦੇ? ਹਾਂ, ਪਤਾ ਸੀ ਮੈਨੂੰ। ਉਸ ਦਿਨ ਜੇਕਰ ਉਹ ਅਧੂਰਾ ਜਿਹਾ ਖੱਤ ਮੇਰੇ ਹੱਥ ਨਾ ਲੱਗਦਾ ਤਾਂ ਬੇਸ਼ੱਕ ਮੈਨੂੰ ਕਿਸੇ ਗੱਲ ਦਾ ਇਲਮ ਨਹੀਂ ਸੀ ਹੋਣਾ। ਖੱਤ? ਕਿਹੜਾ ਖੱਤ ਅੰਮੀ? ਉਹੀ ਖੱਤ ਜਿਹੜਾ ਕਰਮੇ ਨੇ ਲਿਖਿਆ ਸੀ। ਅੱਜ ਵੀ ਮੇਰੇ ਕੋਲ ਹੀ ਮਹਿਫੂਜ਼ ਪਿਆ ਏ, ਜਿਸ ਦਾ ਇਲਮ ਅੱਜ ਤਾਈਂ ਕਿਸੇ ਨੂੰ ਨਹੀਂ ਹੋਇਆ। ਹੁਣ ਇਸ ਰਾਜ ਦੀ ਹਿਫਾਜ਼ਤ ਕਰਨੀ ਤੇਰਾ ਵੀ ਅਹਿਮ ਫਰਜ਼ ਏ। ਹਾਂ ਜੀ ਅੰਮੀ, ਬੇਫਿਕਰ ਰਹੋ। ਮਗਰ ਉਹ ਖੱਤ ਹੈ ਕਿੱਥੇ? ਅੰਮੀ ਤੇ ਕਿਸੇ ਹੋਰ ਨੂੰ ਉਸ ਬਾਰੇ ਮਾਲੂਮਾਤ ਕਿਵੇਂ ਨਹੀਂ ਹੋਈ? ਠਹਿਰ, ਮੈਂ ਲਿਆਉਣੀ ਆਂ। ਨਫੀਸਾ ਉੱਠ ਕੇ ਸਵਾਤ ਅੰਦਰ ਚਲੀ ਜਾਂਦੀ ਹੈ ਤੇ ਪਛੱਤੀ 'ਤੇ ਪਏ ਕੁਝ ਲਾਜ਼ਮੀ ਦਸਤਾਵੇਜ਼ ਰੱਖਣ ਵਾਲੇ ਇੱਕ ਬਕਸੇ ਵਿੱਚੋਂ ਉਹੀ ਖੱਤ ਕੱਢ ਕੇ ਲਿਆਉਂਦੀ ਹੈ। ਇਹ ਰਿਹਾ ਉਹ ਖੱਤ। ਨੂਰੀ ਨੂੰ ਦਿਖਾਉਂਦੀ ਹੋਈ ਅੱਧ ਜਲਿਆ ਜਿਹਾ ਖੱਤ ਦੇਖ ਕੇ ਨੂਰੀ ਦੰਗ ਰਹਿ ਜਾਂਦੀ ਹੈ। ਅੰਮੀ, ਇਹ ਜਲਿਆ ਹੋਇਆ ਕਿਵੇਂ? ਤੇ ਕਰਮੇ ਚਾਚਾ ਨੇ ਇਹ ਕਿਉਂ ਲਿਖਿਆ ਸੀ? ਕੀ ਹੈ ਇਸ ਵਿੱਚ? ਤੈਨੂੰ ਮੇਰੀ ਕਸਮ ਏ ਨੂਰੀ, ਇਹ ਰਾਜ ਜਿਉਂ ਮੇਰੇ ਸੀਨੇ 'ਚ ਦਫਨ ਰਿਹਾ, ਮੈਨੂੰ ਉਮੀਦ ਹੈ ਕਿ ਉਵੇਂ ਹੀ ਇਹ ਤੇਰੀ ਬੁੱਕਲ ਦੀ ਹਿਫਾਜ਼ਤ 'ਚ ਰਹੇਗਾ। ਹਾਂ ਅੰਮੀ, ਵਿਸ਼ਵਾਸ ਰੱਖੋ। ਪਰ ਇਹ ਤਾਂ ਅਧੂਰਾ ਹੀ ਆ। ਅਖੀਰ ਅੰਮੀ, ਐਸਾ ਕੀ ਹੈ ਇਸ 'ਚ ਜੋ ਤੁਸੀਂ ਇਹਨੂੰ ਇੰਨੀ ਹਿਫਾਜ਼ਤ ਨਾਲ ਸਾਂਭਿਆ ਹੋਇਆ ਸੀ? ਫਤਿਹ ਦੀ ਮੌਤ ਤੋਂ ਕੁਝ ਮਹੀਨੇ ਮਗਰੋਂ ਇੱਕ ਦਿਨ ਮੈਂ ਜਦੋਂ ਆਥਣ ਵੇਲੇ ਦਰਗਾਹ ਤੋਂ ਵਾਪਸ ਪਰਤ ਰਹੀ ਸੀ ਤਾਂ ਕੋਠੀ ਦੇ ਬੂਹੇ ਲਾਗੇ ਖੜੀ ਦਿਆਲੋ ਮੈਨੂੰ ਟੱਕਰ ਗਈ। ਉਹਦਾ ਚਿਹਰਾ ਫਿੱਕਾ ਤੇ ਬੇਨੂਰ ਜਿਹਾ ਜਾਪਦਾ ਸੀ। ਪੁੱਛਣ 'ਤੇ ਰੋਂਦੀ ਹੋਈ ਨੇ ਦੱਸਿਆ ਕਿ ਕਰਮਾ ਕੁਝ ਦਿਨਾਂ ਤੋਂ ਕਮਰੇ ਵਿੱਚੋਂ ਬਾਹਰ ਨਹੀਂ ਆ ਰਿਹਾ। ਨਾ ਕਿਸੇ ਨਾਲ ਗੱਲ ਕਰਦਾ ਏ, ਨਾ ਹੀ ਖੁੱਲ੍ਹ ਕੇ ਕੁਝ ਖਾ ਪੀ ਰਿਹਾ ਏ। ਬਸ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਕੈਦ ਕਰ ਰੱਖਿਆ ਏ। ਚਾਹੇ ਕੋਈ ਵੀ ਬੁਲਾਉਂਦਾ ਹੋਏ, ਉਹ ਹੰਕਾਰਾ ਤੱਕ ਨਹੀਂ ਭਰਦਾ ਤੇ ਹਨੇਰੇ ਵਿੱਚ ਆਪਣੀ ਕੁਰਸੀ 'ਤੇ ਚੁੱਪੀ ਧਾਰ ਬੈਠਾ ਹੋਇਆ ਪਤਾ ਨਹੀਂ ਕਿਹੜੀ ਸੁਰਤ 'ਚ ਗੁੰਮ ਰਹਿੰਦਾ ਏ। ਹਾਲੇ ਗੱਲ ਕਰ ਹੀ ਰਹੇ ਸਾਂ ਕਿ ਕੋਠੀ ਅੰਦਰੋਂ ਬੇਹੱਦ ਤੀਬਰ ਸੁਰ ਕੰਨੀ ਪਿਆ। ਇੰਨੀ ਖੌਫਨਾਕ ਗੂੰਜ ਜਿਉਂ ਵਿਸਫੋਟ ਹੋਇਆ ਹੋਵੇ। ਸੁਣਦਿਆਂ ਹੀ ਚਿੱਤ ਘਬਰਾ ਗਿਆ। ਅਸੀਂ ਦੋਵੇਂ ਵਾਹੋ-ਦਾਹੀ ਕੋਠੀ ਅੰਦਰ ਨੂੰ ਹੋ ਤੁਰੀਆਂ। ਦਿਆਲੋ ਨੇ ਤਾਂ ਜਿਉਂ ਪਹਿਲਾਂ ਤੋਂ ਹੀ ਕਿਆਸ ਲਗਾਇਆ ਹੋਇਆ ਸੀ ਵੀ ਇਹ ਖੌਫ ਕਰਮੇ ਦੇ ਕਮਰੇ ਤਰਫੋਂ ਹੀ ਆਇਆ ਏ। ਉਹ ਕਾਹਲੀ ਕਰਮੇ ਦੇ ਕਮਰੇ ਵੱਲ ਨੱਸਦੀ ਹੋਈ ਅੰਦਰ ਦਾਖਲ ਹੋ ਗਈ। ਮੈਂ ਵੀ ਪਿੱਛੇ ਅੰਦਰ ਲੰਘ ਗਈ। ਕਮਰੇ ਦਾ ਸੋਗਮਈ ਮੰਜ਼ਰ ਦੇਖ ਦਿਆਲੋ ਦੀ ਚੀਕ ਨਿਕਲ ਗਈ ਤੇ ਉਹ ਬੇਸੁੱਧ ਹੋ ਕੇ ਡਿੱਗ ਪਈ। ਮੌਤ ਦੀ ਇਹ ਵਾਰਦਾਤ ਮੇਰੇ ਲਈ ਵੀ ਸੁਲਗਦਾ ਅੰਗਿਆਰ ਹੀ ਸੀ। ਨਫੀਸਾਂ ਦੇ ਭਰੇ ਹੋਏ ਬੋਲ ਨੂਰੀ ਦੀ ਨਿਆਣੀ ਰੂਹ ਨੂੰ ਫੱਟੜ ਕਰ ਰਹੇ ਸਨ। ਅੰਮੀ, ਕੌਣ ਸੀ ਉਹ? ਕਰਮਾ ਨਦਾਮਤ ਦੇ ਸੈਲਾਬ ਵਿੱਚ ਗਰਕ ਗਿਆ ਹੋਣਾ। ਤਾਈਓ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਉਂਝ ਉਹਨੇ ਆਪਣੇ ਕੀਤੇ ਗੁਨਾਹਾਂ ਦਾ ਪਛਤਾਵਾ ਕਰਨ ਲਈ ਬੜਾ ਸੁਖਾਲਾ ਰਾਹ ਚੁਣਿਆ ਸੀ। ਆਪਣੇ ਆਪ ਨੂੰ ਖਤਮ ਕਰਨਾ ਤੇ ਜਿਸਮ ਨੂੰ ਸਾਹ ਮੁਕਤ ਕਰਨ ਨਾਲ ਤੇ ਸਕੂਨ ਮਿਲਦਾ ਏ। ਵਾਸਤਵਿਕ ਮੌਤ ਤਾਂ ਉਹ ਹੁੰਦੀ ਏ ਜਦੋਂ ਜਿਉਂਦੇ ਹੋਏ ਵੀ ਪਲ ਇਨਸਾਨ ਮਰਦਾ ਹੋਵੇ। ਖੈਰ ਸੀ ਤਾਂ ਮੈਨੂੰ ਵੀ ਬੇਹੱਦ ਅਜ਼ੀਜ਼ ਹੀ। ਕੁਰਸੀ 'ਤੇ ਪਈ ਹੋਈ ਬੇਜਾਨ ਲਹੂ ਭਿੱਜੀ ਲਾਸ਼ ਦੇਖ ਮੇਰੇ ਤੋਂ ਆਪਣਾ ਆਪ ਸੰਭਾਲਿਆ ਨਹੀਂ ਸੀ ਜਾ ਰਿਹਾ। ਜਿੰਨ ਕੰਮ ਨਹੀਂ ਸੀ ਕਰ ਰਿਹਾ। ਮੈਂ ਕਾਹਲੀ ਨਾਲ ਦਿਆਲੋ ਨੂੰ ਪਾਣੀ ਪਿਲਾਇਆ ਤੇ ਹੋਸ਼ 'ਚ ਲਿਆਂਦਾ। ਇੰਨੇ ਨੂੰ ਉਹਦੀ ਨਿਗਾਹ ਕਰਮੇ ਦੇ ਹੱਥ ਵਿੱਚ ਫੜੇ ਹੋਏ ਖੱਤ 'ਤੇ ਜਾ ਪਈ। ਉਹ ਤੁਰੰਤ ਬੇਤਹਾਸ਼ੀ ਉੱਠ ਕੇ ਉਸ ਖੱਤ ਨੂੰ ਲੈ ਕੇ ਪੜ੍ਹਨ ਲੱਗ ਗਈ। ਉੱਧਰੋਂ ਬਾਬਾ ਜੌਹਰ ਵੀ ਪਹੁੰਚ ਗਿਆ ਸੀ। ਆਪਣੇ ਜੇਠੇ ਤੇ ਲਾਡਲੇ ਪੁੱਤ ਦੀ ਬਿਨ ਸਾਹਾਂ ਤੋਂ ਪਈ ਲੋਥ ਦੇਖ ਸਹਿਜੇ ਸਿਰ ਤੋਂ ਪੱਗ ਲਾਹ ਹਿੱਕ ਨਾਲ ਲਾਉਂਦਿਆਂ ਚੁੱਪੀ ਧਾਰ ਪੁੱਤ ਦੇ ਪੈਰਾਂ ਲਾਗੇ ਜਾ ਬੈਠਿਆ। ਉਹਦੇ ਅੰਦਰ ਦੀ ਪੀੜ ਅੰਦਰ ਉਹਨੂੰ ਖਾ ਰਹੀ ਸੀ। ਉਹਦਾ ਹਾਲ ਤਾਂ ਜਿਉਂਦੇ ਸੜਦੇ ਬੁੱਤ ਵਾਂਗ ਸੀ, ਜਿਉਂ ਉਹਨੂੰ ਕਿਸੇ ਨੇ ਮੁਰਦਾ ਸਮਝ ਫੂਕਤਾ ਹੋਵੇ। ਇੱਧਰ ਜਦੋਂ ਮੈਂ ਦਿਆਲੋ ਨੂੰ ਖੱਤ ਬਾਰੇ ਪੁੱਛਿਆ ਤਾਂ ਉਹ ਮੈਨੂੰ ਪਛਾਣ ਨੂੰ ਧੱਕਾ ਦਿੰਦਿਆਂ ਕਮਰੇ ਵਿੱਚੋਂ ਧਾਹਾਂ ਮਾਰਦੀ ਬਾਹਰ ਨੱਸ ਗਈ ਤੇ ਦੂਸਰੇ ਕਮਰੇ ਵਿੱਚ ਜਾ ਵੜੀ। ਪਿੰਡ ਦੇ ਲੋਕ ਤੇ ਪੁਲਿਸ ਤਾਈਂ ਇਹ ਖਬਰ ਪਹੁੰਚਦਿਆਂ ਦੇਰ ਨਾ ਲੱਗੀ ਤੇ ਉਹ ਵੀ ਉੱਥੇ ਆਣ ਪੁੱਜੇ।
ਮੈਂ ਦਿਆਲੋ ਮਗਰ ਭੱਜਦੀ ਹੋਈ ਕਮਰੇ ਵੱਲ ਗਈ। ਮੈਨੂੰ ਡਰ ਸੀ ਕਿ ਉਹ ਕਿਸੇ ਅਣਹੋਣੀ ਨੂੰ ਦਾਵਤ ਨਾ ਦੇ ਦੇਵੇ, ਤੇ ਸ਼ੰਕਾ ਵੀ ਸੀ ਕਿ ਆਖਰ ਐਸਾ ਕੀ ਸੀ ਖਤ ਵਿੱਚ, ਜਿਹੜੀ ਉਹ ਇੰਨੀ ਮਾਯੂਸ ਤੇ ਬੇਤਹਾਸ਼ੀ ਹੋਈ ਬਾਹਰ ਨੂੰ ਨੱਸ ਗਈ ਸੀ। ਉਹਨੇ ਬੂਹਾ ਅੰਦਰੋਂ ਬੰਦ ਕਰ ਰੱਖਿਆ ਸੀ। ਮੈਂ ਬਹੁਤ ਆਵਾਜ਼ਾਂ ਦਿੱਤੀਆਂ ਤੇ ਬੂਹਾ ਵੀ ਖੜਕਾਇਆ, ਪਰ ਉਹ ਬਾਹਰ ਨਾ ਆਈ। ਉਹਦੇ ਘਰਲਾਉਣ ਤੇ ਭੁੱਬਾਂ ਮਾਰ ਕੇ ਰੋਣ ਦੀਆਂ ਸੋਗਮਈ ਹੂਕਾਂ ਮੇਰੀਆਂ ਇੰਦਰੀਆਂ ਨੂੰ ਖਾਮੋਸ਼ ਕਰਨ ਲਈ ਕਾਫੀ ਸਨ। ਘੜੀ ਕੁ ਮਗਰੋਂ ਅੰਦਰੋਂ ਵਿੜਕ ਆਉਣੀ ਪੂਰੀ ਤਰ੍ਹਾਂ ਬੰਦ ਹੋ ਗਈ। ਦਿਲਗੀਰੀ ਹੋਰ ਅਧਿਕ ਹੋ ਗਈ। ਇੰਨੇ ਨੂੰ ਪਿੰਡ ਦੇ ਕੁਝ ਵਸਨੀਕ ਵੀ ਆ ਗਏ ਤੇ ਉਹਨਾਂ ਨੇ ਰਲ ਕੇ ਬੂਹਾ ਤੋੜ ਦਿੱਤਾ। ਦਿਆਲੋ ਚੁੱਪ ਚਪੀਤੇ ਬੇਧੜਕ ਹੋਈ ਹੇਠਾਂ ਹੀ ਬੈਠੀ ਹੋਈ ਸੀ। ਉਹਨੂੰ ਵੇਖ ਮਹਿਸੂਸ ਹੋਇਆ ਜਿਵੇਂ ਕੋਈ ਬਹੁਤ ਵੱਡੀ ਜੰਗ ਜਿੱਤ ਲਈ ਹੋਵੇ। ਇੰਨੇ ਨੂੰ ਮੈਨੂੰ ਲਾਗੇ ਹੀ ਪਈ ਅੰਗੀਠੀ ਵਿੱਚ ਕੁਝ ਧੁਖਦਾ ਦਿਖਾਈ ਦਿੱਤਾ। ਕਿਸੇ ਹੋਰ ਨੂੰ ਖਤ ਬਾਰੇ ਮਾਲੂਮਾਤ ਨਹੀਂ ਸੀ, ਇਸੇ ਕਰਕੇ ਗਾਲਬਨ ਮੇਰੇ ਤੋਂ ਬਿਨਾਂ ਕਿਸੇ ਹੋਰ ਨੇ ਅੰਗੀਠੀ ਦਾ ਗੌਰ ਨਹੀਂ ਕੀਤਾ। ਜਾਂ ਹੋ ਸਕਦਾ ਹੈ ਦਿਆਲੋ ਨੂੰ ਬਾਹਰ ਕੱਢਣ ਦੀ ਜੱਦੋ-ਜਹਿਦ ਵਿੱਚ ਕਿਸੇ ਦਾ ਧਿਆਨ ਨਾ ਗਿਆ ਹੋਵੇ। ਮੈਂ ਝੱਟ-ਪੱਟ ਬਾਕੀਆਂ ਤੋਂ ਅੱਖ ਬਚਾ ਕੇ ਉਸ ਅੱਧ-ਅਧੂਰੇ ਖਤ ਨੂੰ ਚੁੱਕ ਲਿਆ। ਖੈਰ ਉਦੋਂ ਤਾਈਂ ਇਹ ਕਾਫੀ ਸੜ ਚੁੱਕਿਆ ਸੀ। ਉਸ ਉਪਰੰਤ ਅਸੀਂ ਦਿਆਲੋ ਨੂੰ ਲੈ ਕੇ ਕਰਮੇ ਵਾਲੇ ਕਮਰੇ ਵਿੱਚ ਆ ਗਏ। ਜਿਉਂ ਹੀ ਦਿਆਲੋ ਕਰਮੇ ਦੇ ਲਾਗੇ ਗਈ, ਗਸ਼ ਖਾ ਕੇ ਡਿੱਗ ਪਈ। ਮੈਂ ਉਹਨੂੰ ਸੰਭਾਲਣ ਲੱਗੀ ਤਾਂ ਉਹਦੇ ਮੂੰਹ ਵਿੱਚੋਂ ਝੱਗ ਤੇ ਲਹੂ ਵਗਦਾ ਦੇਖ ਮੇਰਾ ਦਮ ਨਿਕਲ ਗਿਆ। ਬੇਸ਼ੱਕ ਉਹਨੇ ਕੋਈ ਜ਼ਹਿਰੀ ਵਸਤੂ ਖਾ ਲਈ ਸੀ। ਮੈਨੂੰ ਨਹੀਂ ਪਤਾ ਸੀ। ਜ਼ਿੰਦਗੀ ਦੀ ਜੰਗ ਵਿੱਚ ਫਤਿਹ ਹਾਸਲ ਕਰਨ ਦਾ ਸਕੂਨ ਸੀ ਉਹਦੇ ਮੁੱਖ ਉੱਤੇ। ਮੇਰੇ ਹੱਥਾਂ ਵਿੱਚ ਹੀ ਦਿਆਲੋ ਨੇ ਦਮ ਤੋੜ ਦਿੱਤਾ। ਨਫੀਸਾਂ ਦੇ ਬੋਲ ਸਹਿਮ ਗਏ। ਉਹ ਅੱਗੇ ਬੋਲ ਨਾ ਸਕੀ ਤੇ ਆਪਣੇ ਕੱਚੇ ਜਿਹੇ ਚਿੱਤ ਨੂੰ ਦਿਲਾਸਾ ਦਿੰਦੀ ਹੋਈ, ਨੂਰੀ, ਇਨਸਾਨ ਕਿੰਨਾ ਖੌਫਨਾਕ ਏ। ਜਦੋਂ ਇਸ ਮੜੌਲੀ ਵਿੱਚ ਸਾਹਾਂ ਦਾ ਫੇਰਾ ਮੁੱਕ ਜਾਂਦਾ ਏ, ਸਾਡੇ ਲਈ ਇਹਦਾ ਵਜੂਦ ਵੀ ਨਾਲ ਹੀ ਖਤਮ ਹੋ ਜਾਂਦਾ ਏ। ਜਿਉਂਦਾ ਹੋਇਆ ਤਾਂ ਉਹ ਆਪਣਾ ਆਪ ਤਲਬ ਦੀ ਮਗਦੀ ਭੱਠੀ ਵਿੱਚ ਧੁਖਦਾ ਰਹਿੰਦਾ ਏ, ਇੰਨਾ ਤਲਮਲਾਉਂਦਾ ਏ, ਫਿਰ ਵੀ ਇਸ ਦਰਦ ਦੀ ਵਜ੍ਹਾ ਨਹੀਂ ਸਮਝਦਾ। ਕਿਸੇ ਮਜ਼ਲੂਮ ਦਾ ਦਿਲ ਦੁਖਾਉਣਾ ਗੁਨਾਹ ਏ ਅਜ਼ੀਮ। ਇਹ ਜਿਸ ਦੀ ਸਜ਼ਾ ਮਹਿਜ਼ ਸਜ਼ਾ ਏ ਮੌਤ ਹੀ ਨਹੀਂ ਹੁੰਦੀ, ਬਲਕਿ ਕਈ ਜਨਮ ਉਹਦੀ ਰੂਹ ਨੂੰ ਨਰਕਾਂ ਦੀ ਅੱਗ ਵਿੱਚ ਝੁਲਸਣਾ ਪੈਂਦਾ ਏ। ਇਹ ਸਜ਼ਾ ਸਰੀਰ ਨੂੰ ਨਹੀਂ ਮਿਲਦੀ, ਜਿਹਨੇ ਕੁਝ ਸਮੇਂ ਦੀ ਪੀੜਾ ਤੋਂ ਬਾਅਦ ਜਲ ਕੇ ਰਾਖ ਹੋ ਜਾਣਾ ਏ। ਇਹ ਤਾਂ ਰੂਹ ਨੂੰ ਦਿੱਤੀ ਜਾਂਦੀ ਏ, ਜਿਹੜੀ ਨਾ ਸੜਦੀ ਏ ਨਾ ਕਦੀ ਖਤਮ ਹੁੰਦੀ ਏ।